ਮਾਰਚ ਵਿੱਚ ਮੇਰਾ ਵਿਆਹ ਸੀ ਤੇ ਮੇਰੇ ਭਰਾ ਨੂੰ ਬਾਹਰ ਗਏ ਨੂੰ 1 ਸਾਲ ਹੋ ਗਿਆ ਸੀ। ਮੇਰੇ ਵਿਆਹ ਨੂੰ ਹਜੇ 6 ਮਹੀਨੇ ਪਏ ਸੀ ਕਿ ਹੁਣ ਤੋਂ ਹੀ ਮੇਰੀ ਭਾਬੀ ਤੇ ਮੰਮੀ ਨੇ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਭਰਾ ਦੇ ਘਰ ਨਾ ਹੋਣ ਕਰਕੇ ਮੈਂ ਭਾਬੀ ਨਾਲ ਉਸ ਦੇ ਕਮਰੇ ਵਿੱਚ ਸੌ ਜਾਂਦੀ ਸੀ। ਭਾਬੀ ਦੇ ਕਮਰੇ ਵਿੱਚ 2 ਅਲਮਾਰੀਆਂ ਸੀ, ਇੱਕ ਵੱਡੀ ਤੇ ਇੱਕ ਛੋਟੀ। ਵੱਡੀ ਅਲਮਾਰੀ ਕੱਪੜਿਆਂ ਤੇ ਮੇਕਅਪ ਦੇ ਸਮਾਨ ਨਾਲ ਭਰੀ ਹੋਈ ਸੀ ਤੇ ਛੋਟੀ ਅਲਮਾਰੀ ਹਮੇਸ਼ਾ ਲੋਕ ਰਹਿੰਦੀ ਸੀ। ਮੈਂ ਜਦੋਂ ਵੀ ਭਾਬੀ ਨੂੰ ਪੁੱਛਦੀ ਕਿ ਇਸ ਵਿੱਚ ਕੀ ਹੈ ਤਾਂ ਉਹ ਕਹਿੰਦੇ ਕਿ ਕੁਝ ਜ਼ਰੂਰੀ ਕਾਗਜ਼ ਤੇ ਗਹਿਣੇ ਰੱਖੇ ਹੋਏ ਹੈ। ਰਾਤ ਨੂੰ ਅਸੀਂ ਦੋਨੋਂ ਨਨਾਣ ਭਰਜਾਈ ਬਹੁਤ ਸਾਰੀਆਂ ਗੱਲਾਂ ਕਰਦੀਆਂ ਤੇ ਕਦੀ-ਕਦੀ ਭਰਾ ਦਾ ਫੋਨ ਆ ਜਾਂਦਾ ਤਾਂ ਭਾਬੀ ਉੱਠ ਕੇ ਦੂਜੇ ਕਮਰੇ ਵਿੱਚ ਚਲੇ ਜਾਂਦੇ ਤੇ ਕਈ ਘੰਟੇ ਗੱਲਾਂ ਕਰਦੇ ਰਹਿੰਦੇ ਤੇ ਇੱਧਰ ਮੈਂ ਵੀ ਆਪਣੇ ਮੰਗੇਤਰ ਰਾਜਵੀਰ ਨਾਲ ਗੱਲ ਕਰਨ ਲੱਗ ਜਾਂਦੀ। ਇਸ ਤਰ੍ਹਾਂ ਹੀ 4 ਮਹੀਨੇ ਲੰਘ ਗਏ ਤੇ ਭਰਾ ਦੇ ਆਉਣ ਨੂੰ 1 ਮਹੀਨਾ ਰਹਿ ਗਿਆ ਸੀ। ਇੱਕ ਦਿਨ ਰਾਤ ਨੂੰ 2 ਵਜੇ ਮੇਰੀ ਅੱਖ ਖੁੱਲੀ ਤਾਂ ਭਾਬੀ ਕਮਰੇ ਵਿੱਚ ਨਹੀਂ ਸੀ। ਮੈਨੂੰ ਲੱਗਿਆ ਕਿ ਫੋਨ ਆਇਆ ਹੋਣਾ, ਪਰ ਫੋਨ ਤਾਂ ਬੈੱਡ ਤੇ ਹੀ ਪਿਆ ਹੋਇਆ ਸੀ। ਮੈਂ ਬਾਹਰ ਨਿਕਲ ਕੇ ਦੇਖਿਆ ਤਾਂ ਭਾਬੀ ਬਾਥਰੂਮ ਵਿੱਚ ਉਲਟੀਆਂ ਕਰ ਰਹੇ ਸੀ। ਮੈਂ ਪੁੱਛਿਆ, ਕੀ ਹੋਇਆ ਭਾਬੀ, ਠੀਕ ਤਾਂ ਹੋ? ਤਾਂ ਭਾਬੀ ਨੇ ਕਿਹਾ, ਕੱਲ ਸ਼ਾਇਦ ਕੁਛ ਉਲਟਾ ਸਿੱਧਾ ਖਾਣ ਨਾਲ ਪੇਟ ਖਰਾਬ ਹੋ ਗਿਆ, ਜਿਸ ਕਰਕੇ ਉਲਟੀਆਂ ਆ ਰਹੀਆਂ ਨੇ। ਹੁਣ ਦਵਾਈ ਲਈ ਹੈ ਤੇ ਕੁਛ ਠੀਕ ਲੱਗ ਰਿਹਾ ਹੈ। ਅਗਲੇ ਦਿਨ ਭਾਬੀ ਇਕੱਲੇ ਸ਼ਹਿਰ ਨੂੰ ਚਲੇ ਗਏ, ਮੰਮੀ ਨੂੰ ਨਾਲ ਨਹੀਂ ਲੈ ਕੇ ਗਏ। ਮੈਂ ਭਾਬੀ ਦੇ ਕਮਰੇ ਵਿੱਚ ਸੌਂਦੀ ਸੀ, ਇਸ ਲਈ ਕਮਰੇ ਨੂੰ ਕਦੇ ਲੋਕ ਨਹੀਂ ਕਰਦੇ ਸੀ। ਕੰਮ ਕਰਕੇ ਮੈਂ ਕਮਰੇ ਵਿੱਚ ਚਲੀ ਗਈ ਤੇ ਮੇਰਾ ਛੋਟੀ ਅਲਮਾਰੀ ਖੋਲ ਕੇ ਦੇਖਣ ਨੂੰ ਮਨ ਕਰ ਰਿਹਾ ਸੀ, ਪਰ ਭਾਬੀ ਨੇ ਚਾਬੀਆਂ ਲੁਕੋ ਕੇ ਰੱਖੀਆਂ ਸੀ। ਮੈਂ ਸਾਰੇ ਪਾਸੇ ਚਾਬੀਆਂ ਲੱਭਣ ਲੱਗ ਗਈ ਤਾਂ ਦੂਜੀ ਅਲਮਾਰੀ ਵਿੱਚੋਂ ਕੱਪੜਿਆਂ ਦੇ ਥੱਲੇ ਮੈਨੂੰ ਚਾਬੀਆਂ ਮਿਲ ਗਈਆਂ। ਮੈਂ ਖੋਲ ਕੇ ਦੇਖਿਆ ਤਾਂ ਵਿੱਚ ਗਹਿਣੇ ਤੇ ਕੁਝ ਕਾਗਜ਼ ਪਏ ਸੀ ਤੇ ਨਾਲ ਹੀ ਕੁਝ ਦਵਾਈਆਂ ਵੀ ਪਈਆਂ ਸੀ, ਜਿਨ੍ਹਾਂ ਦੀ ਮੈਂ ਫੋਨ ਵਿੱਚ ਫੋਟੋ ਖਿੱਚ ਲਈ ਤੇ ਅਲਮਾਰੀ ਬੰਦ ਕਰਕੇ ਚਾਬੀਆਂ ਉੱਥੇ ਹੀ ਰੱਖ ਦਿੱਤੀਆਂ। ਉਹਨਾਂ ਦਵਾਈਆਂ ਵਿੱਚੋਂ ਕੁਝ ਕੁ ਬਾਰੇ ਤਾਂ ਮੈਨੂੰ ਪਤਾ ਸੀ। 3 ਸਾਲ ਪਹਿਲਾਂ ਜਦੋਂ ਮੈਂ ਕਾਲਜ ਵਿੱਚ ਸੀ, ਉਦੋਂ ਮੇਰੇ ਤੋਂ ਗਲਤੀ ਹੋ ਗਈ ਸੀ ਤੇ ਮੈਂ ਪ੍ਰੈਗਨੈਂਟ ਹੋ ਗਈ ਸੀ ਤੇ ਮੇਰੇ ਬॉयਫ੍ਰੈਂਡ ਨੇ ਮੇਰਾ ਸਾਥ ਦੇਣ ਦੀ ਬਜਾਏ ਮੈਨੂੰ ਛੱਡ ਦਿੱਤਾ ਸੀ। ਫਿਰ ਮੈਂ ਭਾਬੀ ਨੂੰ ਸਾਰਾ ਕੁਝ ਦੱਸ ਦਿੱਤਾ ਸੀ। ਭਾਬੀ ਨੇ ਮੇਰਾ ਬਹੁਤ ਸਾਥ ਦਿੱਤਾ ਸੀ ਤੇ ਮੈਨੂੰ ਕੁਝ ਅਜਿਹੀਆਂ ਦਵਾਈਆਂ ਲਿਆ ਕੇ ਦਿੱਤੀਆਂ ਸੀ ਜਿਨ੍ਹਾਂ ਨਾਲ ਮੈਂ ਠੀਕ ਹੋ ਗਈ ਸੀ। ਇਸ ਗੱਲ ਨੂੰ 3 ਸਾਲ ਹੋ ਗਏ ਨੇ, ਪਰ ਭਾਬੀ ਨੇ ਅੱਜ ਤੱਕ ਘਰ ਵਿੱਚ ਕਿਸੇ ਨੂੰ ਵੀ ਮੇਰੀ ਇਸ ਗਲਤੀ ਬਾਰੇ ਨਹੀਂ ਦੱਸਿਆ। ਫਿਰ ਮੈਂ ਗੂਗਲ ਤੇ ਸਰਚ ਕਰਕੇ ਦਵਾਈਆਂ ਨੂੰ ਦੇਖਿਆ ਤਾਂ ਪਤਾ ਲੱਗਿਆ ਕਿ ਇਹ 2-3 ਮਹੀਨੇ ਦਾ ਬੱਚਾ ਗਿਰਾਉਣ ਲਈ ਵਰਤਿਆ ਜਾਂਦਾ ਹੈ। ਫਿਰ ਮੈਂ ਡਸਟਬਿਨ ਚੈੱਕ ਕੀਤਾ ਤਾਂ ਉਸ ਵਿੱਚ ਦਵਾਈਆਂ ਦੇ ਕੁਝ ਖਾਲੀ ਰੈਪਰ ਪਏ ਸੀ ਤਾਂ ਮੈਂ ਪਰੇਸ਼ਾਨ ਹੋ ਕੇ ਭਾਬੀ ਬਾਰੇ ਗਲਤ ਸੋਚਣ ਲੱਗ ਗਈ ਕਿ ਕਿਤੇ ਭਾਬੀ ਪ੍ਰੈਗਨੈਂਟ ਤਾਂ ਨਹੀਂ। ਮੈਨੂੰ ਤਾਂ ਬਿਲਕੁਲ ਯਕੀਨ ਨਹੀਂ ਹੋ ਰਿਹਾ ਸੀ ਕਿ ਭਰਾ ਨੂੰ ਬਾਹਰ ਗਏ 1.5 ਸਾਲ ਹੋ ਗਿਆ ਸੀ। ਇਸ ਵਿੱਚ ਭਾਬੀ ਇੱਕ ਵਾਰ ਵੀ ਆਪਣੇ ਮਾਇਕੇ ਨਹੀਂ ਗਈ ਸੀ ਤੇ ਘਰ ਵਿੱਚ ਮੇਰੇ ਛੋਟੇ ਭਰਾ ਤੋਂ ਇਲਾਵਾ ਹੋਰ ਕੋਈ ਬੰਦਾ ਨਹੀਂ ਸੀ ਜੋ ਕਿ 15 ਸਾਲ ਦਾ ਸੀ। ਸ਼ਾਮ ਤੱਕ ਭਾਬੀ ਸ਼ਹਿਰ ਤੋਂ ਸਮਾਨ ਲੈ ਕੇ ਵਾਪਸ ਆਈ ਤੇ ਬਹੁਤ ਥੱਕੀ ਹੋਈ ਲੱਗ ਰਹੀ ਸੀ। ਮੈਂ ਪੁੱਛਿਆ, ਭਾਬੀ ਇੰਨਾ ਟਾਈਮ ਕਿੱਦਾਂ ਲੱਗ ਗਿਆ? ਤਾਂ ਭਾਬੀ ਬੋਲੇ, ਤੇਰੇ ਵਿਆਹ ਦਾ ਕੁਝ ਜ਼ਰੂਰੀ ਸਮਾਨ ਲਿਆਉਣਾ ਸੀ ਤਾਂ ਕਰਕੇ ਲੇਟ ਹੋ ਗਈ। ਪਰ ਮੈਨੂੰ ਤਾਂ ਸ਼ੱਕ ਸੀ ਕਿ ਭਾਬੀ ਕਿਸੇ ਹਸਪਤਾਲ ਬੱਚਾ ਗਿਰਾਉਣ ਗਈ ਸੀ। ਫਿਰ ਰਾਤ ਨੂੰ ਭਾਬੀ ਦੇ ਫੋਨ ਦੀ ਬੈਲ ਵੱਜੀ ਤਾਂ ਉਹ ਉੱਠ ਕੇ ਬਾਹਰ ਜਾਂਦੇ ਹੋਏ ਬੋਲੇ ਕਿ ਤੇਰੇ ਭਰਾ ਦਾ ਫੋਨ ਹੈ। ਮੈਨੂੰ ਇਸ ਗੱਲ ਤੇ ਯਕੀਨ ਨਹੀਂ ਹੋਇਆ ਤੇ ਮੈਂ ਆਪਣੇ ਭਰਾ ਨੂੰ ਫੋਨ ਲਗਾ ਲਿਆ ਤਾਂ ਉਸਨੇ ਚੁੱਕ ਲਿਆ ਤੇ ਹਾਲ ਚਾਲ ਪੁੱਛ ਕੇ ਕਹਿਣ ਲੱਗੇ ਕਿ ਮੇਰੀ 20 ਤਰੀਕ ਦੀ ਟਿਕਟ ਹੋ ਗਈ ਹੈ ਤੇ ਮੈਂ ਤੇਰੀ ਭਾਬੀ ਨੂੰ ਫੋਨ ਕਰਕੇ ਦੱਸਣ ਹੀ ਲੱਗਾ ਸੀ। ਮੈਂ ਕਿਹਾ ਕਿ ਭਾਬੀ ਲਈ ਮੇਰੇ ਵੱਲੋਂ ਇੱਕ ਵਧੀਆ ਜਿਹਾ ਗਿਫਟ ਲੈ ਕੇ ਆਇਓ, ਉਹ ਮੇਰੇ ਵਿਆਹ ਲਈ ਬਹੁਤ ਮਿਹਨਤ ਕਰ ਰਹੇ ਨੇ, ਪਰ ਭਾਬੀ ਨੂੰ ਨਾ ਦੱਸਿਓ। ਤੇ ਫਿਰ ਮੈਂ ਫੋਨ ਕੱਟ ਦਿੱਤਾ। ਮੈਨੂੰ ਭਾਬੀ ਤੇ ਸ਼ੱਕ ਨਹੀਂ, ਯਕੀਨ ਹੋਣ ਲੱਗ ਗਿਆ ਕਿ ਇਹ ਕਿਸੇ ਹੋਰ ਨਾਲ ਗੱਲਾਂ ਕਰਦੇ ਨੇ। ਮੈਨੂੰ ਤਾਂ ਚੈਨ ਨਹੀਂ ਆ ਰਿਹਾ ਸੀ ਤੇ ਮੈਂ ਪੂਰਾ ਸੱਚ ਜਾਣਨਾ ਚਾਹੁੰਦੀ ਸੀ। ਮੇਰੇ ਭਰਾ ਦੇ ਆਉਣ ਦੀ ਵੀ ਥੋੜੇ ਹੀ ਦਿਨ ਰਹਿ ਗਏ ਸੀ। ਭਾਬੀ ਵੀ ਹੁਣ ਪੂਰੇ ਠੀਕ ਹੋ ਗਏ ਸੀ। ਭਾਬੀ ਦਾ ਸੱਚ ਪਤਾ ਕਰਨ ਲਈ ਮੈਨੂੰ ਉਹਨਾਂ ਦਾ ਫੋਨ ਚਾਹੀਦਾ ਸੀ, ਕਿਉਂਕਿ ਉਹਦੇ ਵਿੱਚੋਂ ਹੀ ਪਤਾ ਲੱਗ ਸਕਦਾ ਸੀ
ਕਿ ਉਹ ਕਿਸ ਨਾਲ ਗੱਲਾਂ ਕਰਦੇ ਸੀ। ਫਿਰ ਇੱਕ ਦਿਨ ਮੈਂ ਭਾਬੀ ਨੂੰ ਕਿਹਾ ਕਿ ਮੈਂ ਰਾਜਵੀਰ ਨਾਲ ਗੱਲ ਕਰ ਰਹੀ ਸੀ ਤਾਂ ਮੇਰਾ ਫੋਨ ਬੰਦ ਹੋ ਗਿਆ। ਤੁਸੀਂ 10 ਮਿੰਟ ਲਈ ਆਪਣਾ ਫੋਨ ਦੇ ਦਿਓ। ਮੈਨੂੰ ਪਤਾ ਸੀ ਭਾਬੀ ਨੇ ਕੋਈ ਬਹਾਨਾ ਬਣਾ ਦੇਣਾ ਹੈ ਤੇ ਐਦਾਂ ਹੀ ਹੋਇਆ। ਉਹ ਬੋਲੇ, ਮੇਰੇ ਫੋਨ ਦੀ ਤਾਂ ਬੈਟਰੀ ਮੁੱਕ ਗਈ ਹੈ, ਬਸ ਹੁਣੇ ਚਾਰਜ ਤੇ ਲਾਇਆ ਹੈ, ਥੋੜੇ ਟਾਈਮ ਬਾਅਦ ਲੈ ਲਵੀਂ। ਮੇਰੇ ਤੋਂ ਹੁਣ ਸਬਰ ਨਹੀਂ ਹੋ ਰਿਹਾ ਸੀ ਤੇ ਮੈਂ ਆਪਣੇ ਭਰਾ ਦੇ ਆਉਣ ਤੋਂ ਪਹਿਲਾਂ ਸਭ ਕੁਝ ਸੱਚ ਪਤਾ ਕਰਨਾ ਚਾਹੁੰਦੀ ਸੀ। ਅੱਜ ਮੇਰੀ ਭਾਬੀ ਤੇ ਮੰਮੀ ਬਾਜ਼ਾਰ ਗਏ ਹੋਏ ਸੀ ਤੇ ਮੈਂ ਫਿਰ ਤੋਂ ਛੋਟੀ ਅਲਮਾਰੀ ਖੋਲ ਕੇ ਸਭ ਕੁਝ ਚੰਗੀ ਤਰ੍ਹਾਂ ਦੇਖਣ ਲੱਗੀ ਤਾਂ ਫਾਈਲਾਂ ਦੇ ਨੀਚੇ ਇੱਕ ਫੋਟੋ ਪਈ ਸੀ, ਜਿਸ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ। ਇਹ ਮੇਰੇ ਮੰਗੇਤਰ ਰਾਜਵੀਰ ਤੇ ਭਾਬੀ ਦੀ ਫੋਟੋ ਸੀ। ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਮੇਰੇ ਭਰਾ ਨਾਲ ਬਹੁਤ ਵੱਡਾ ਧੋਖਾ ਹੋ ਰਿਹਾ ਹੈ ਤੇ ਮੇਰੇ ਨਾਲ ਵੀ। ਜਿਸ ਮੁੰਡੇ ਨਾਲ ਮੇਰੇ ਵਿਆਹ ਹੋਣ ਵਾਲਾ ਸੀ ਉਹੀ ਭਾਬੀ ਦਾ ਆਸ਼ਿਕ ਸੀ ਤੇ ਭਾਬੀ ਉਸ ਨਾਲ ਹੀ ਰਾਤ ਨੂੰ ਗੱਲਾਂ ਕਰਦੀ ਸੀ। ਇਹ ਸਭ ਸੋਚ ਕੇ ਮੇਰੇ ਤਾਂ ਗੱਲਾਂ ਆਪੇ ਤੋਂ ਬਾਹਰ ਹੋ ਗਈਆਂ। ਮੈਨੂੰ ਲੱਗਿਆ ਕਿ ਘਰ ਵਿੱਚ ਸਾਰਿਆਂ ਨੂੰ ਦੱਸ ਦੇਣਾ ਚਾਹੀਦਾ ਹੈ ਤਾਂ ਕਿ ਮੇਰੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਜਾਵੇ ਤੇ ਮੇਰੇ ਭਰਾ ਨੂੰ ਵੀ ਇਸ ਤੋਂ ਛੁਟਕਾਰਾ ਮਿਲ ਜਾਊਗਾ। ਫਿਰ ਮੈਂ ਉਸ ਫੋਟੋ ਦੀ ਫੋਟੋ ਆਪਣੇ ਫੋਨ ਵਿੱਚ ਖਿੱਚ ਲਈ ਤੇ ਅਲਮਾਰੀ ਬੰਦ ਕਰ ਦਿੱਤੀ ਤੇ ਸੋਚਿਆ ਕਿ ਭਰਾ ਨੂੰ ਫੋਟੋ ਸੈਂਡ ਕਰ ਦਿੰਨੀ ਆ, ਪਰ ਇੱਕ ਵਾਰੀ ਰੁਕ ਗਈ ਕਿ ਉਸ ਤੇ ਆਉਣ ਦੇ ਸਾਹਮਣੇ ਬੈਠ ਕੇ ਹੀ ਗੱਲ ਕਰਾਂਗੇ। ਮੇਰੇ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਸੀ। ਮੇਰਾ ਰਿਸ਼ਤਾ ਵੀ ਭਾਬੀ ਨੇ ਹੀ ਕਰਵਾਇਆ ਸੀ ਆਪਣੇ ਕਿਸੇ ਦੂਰ ਦੀ ਰਿਸ਼ਤੇਦਾਰੀ 'ਚ। ਰਾਜਵੀਰ ਭਾਬੀ ਦਾ ਬॉयਫ੍ਰੈਂਡ ਹੋਣਾ ਹੈ ਜਿਹਦੇ ਨਾਲ ਭਾਬੀ ਦਾ ਵਿਆਹ ਨਹੀਂ ਹੋ ਸਕਿਆ ਤੇ ਆਪਣੇ ਇਸ ਅਫੇਅਰ ਨੂੰ ਕਾਇਮ ਰੱਖਣ ਲਈ ਮੇਰਾ ਰਿਸ਼ਤਾ ਕਰਵਾ ਦਿੱਤਾ ਤਾਂ ਕਿ ਦੋਨਾਂ ਤੇ ਸ਼ੱਕ ਨਾ ਹੋਵੇ। ਮੈਂ ਹੁਣ ਕਿਸੇ ਵੀ ਤਰ੍ਹਾਂ ਰਾਜਵੀਰ ਵਰਗੇ ਧੋਖੇਬਾਜ਼ ਨਾਲ ਗੱਲ ਨਹੀਂ ਕਰ ਸਕਦੀ ਸੀ ਤੇ ਆਪਣਾ ਫੋਨ ਬੰਦ ਕਰ ਦਿੱਤਾ। ਭਾਬੀ ਜਦੋਂ ਸ਼ਾਮ ਨੂੰ ਬਾਜ਼ਾਰ ਤੋਂ ਵਾਪਸ ਆਏ ਤਾਂ ਕਹਿਣ ਲੱਗੇ, ਦੇਖ ਤੇਰੇ ਲਈ ਨਵੇਂ ਸੂਟ ਲੈ ਕੇ ਆਈ ਹਾਂ, ਤੈਨੂੰ ਪਸੰਦ ਹੈ? ਮੈਂ ਬਿਨਾਂ ਕੋਈ ਜਵਾਬ ਦਿੱਤੇ ਗੁੱਸੇ ਵਿੱਚ ਉੱਠ ਕੇ ਕਿਚਨ ਵਿੱਚ ਆ ਗਈ। ਭਾਬੀ ਵੀ ਮੇਰੇ ਪਿੱਛੇ ਆ ਗਈ ਤੇ ਬੋਲੀ, ਕਿ ਤੇਰਾ ਫੋਨ ਬੰਦ ਕਿਉਂ ਆ? ਰਾਜਵੀਰ ਮੈਨੂੰ ਫੋਨ ਕਰ ਰਿਹਾ ਸੀ। ਮੇਰੇ ਤੋਂ ਗੁੱਸੇ ਤੇ ਕਾਬੂ ਨਾ ਰੱਖਿਆ ਗਿਆ ਤੇ ਮੈਂ ਆਪਣਾ ਫੋਨ ਔਨ ਕਰਕੇ ਅਲਮਾਰੀ ਵਾਲੀ ਫੋਟੋ ਭਾਬੀ ਸਾਹਮਣੇ ਕਰ ਦਿੱਤੀ ਤੇ ਕਿਹਾ ਕਿ ਕੱਲ ਨੂੰ ਭਰਾ ਨੂੰ ਆ ਲੈਣ ਦਵੋ, ਫਿਰ ਤੁਹਾਡੀਆਂ ਦੋਨਾਂ ਦੀਆਂ ਆਸ਼ਕੀਆਂ ਦਾ ਭਾਂਡਾ ਤਾਂ ਮੈਂ ਸਾਰਿਆਂ ਅੱਗੇ ਖੋਲੂੰਗੀ। ਕਿਸੇ ਅੱਗੇ ਮੂੰਹ ਦਿਖਾਉਣ ਲਾਇਕ ਨਹੀਂ ਰਹਿਣਾ ਤੁਸੀਂ। ਇਹ ਸੁਣ ਕੇ ਭਾਬੀ ਦਾ ਰੰਗ ਉੱਡ ਗਿਆ ਤੇ ਮੈਂ ਵਾਪਸ ਕਮਰੇ ਵਿੱਚ ਆ ਗਈ। ਪਿੱਛੇ ਹੀ ਭਾਬੀ ਆ ਗਈ ਤੇ ਬੋਲੀ, ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲੈ, ਇਹ ਪੂਰਾ ਸੱਚ ਨਹੀਂ ਹੈ। ਉਸ ਤੋਂ ਬਾਅਦ ਜੋ ਮਰਜ਼ੀ ਸਜ਼ਾ ਦੇ ਦਵੀਂ। ਰਾਜਵੀਰ ਤੇ ਮੈਂ ਬਚਪਨ ਤੋਂ ਦੋਸਤ ਹਾਂ ਤੇ ਇਕੱਠੇ ਸਕੂਲ ਵਿੱਚ ਪੜ੍ਹਦੇ ਸੀ ਤੇ ਇੱਕ ਦੂਜੇ ਨੂੰ ਪਸੰਦ ਵੀ ਕਰਦੇ ਸੀ, ਪਰ ਸਾਡਾ ਵਿਆਹ ਨਹੀਂ ਹੋ ਸਕਿਆ ਤੇ 3 ਸਾਲ ਪਹਿਲਾਂ ਮੇਰੇ ਵਿਆਹ ਤੇਰੇ ਭਰਾ ਨਾਲ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਇੱਕ ਦੂਜੇ ਨਾਲ ਕਦੇ ਗੱਲ ਨਹੀਂ ਕੀਤੀ। 1 ਸਾਲ ਪਹਿਲਾਂ ਹੀ ਉਹ ਮੈਨੂੰ ਅਚਾਨਕ ਬਾਜ਼ਾਰ ਵਿੱਚ ਮਿਲਿਆ ਤਾਂ ਪਤਾ ਲੱਗਿਆ ਕਿ ਹਜੇ ਉਸ ਦਾ ਵਿਆਹ ਨਹੀਂ ਹੋਇਆ ਤੇ ਉਹ ਵਿਆਹ ਲਈ ਕੋਈ ਵਧੀਆ ਕੁੜੀ ਲੱਭ ਰਿਹਾ ਹੈ। ਫਿਰ ਮੈਂ ਉਸ ਨਾਲ ਤੇਰੇ ਬਾਰੇ ਗੱਲ ਕੀਤੀ ਤੇ ਉਸ ਦਾ ਪਰਿਵਾਰ ਵੀ ਰਿਸ਼ਤੇ ਲਈ ਮੰਨ ਗਿਆ। ਇਹ ਸੁਣ ਕੇ ਮੇਰਾ ਗੁੱਸਾ ਸ਼ਾਂਤ ਨਹੀਂ ਹੋਇਆ ਤੇ ਮੈਂ ਕਿਹਾ ਕਿ ਮੇਰਾ ਰਿਸ਼ਤਾ ਤੁਸੀਂ ਇਸ ਲਈ ਕਰਵਾਇਆ ਤਾਂ ਕਿ ਤੁਹਾਡੀਆਂ ਆਸ਼ਕੀਆਂ ਦਾ ਕਿਸੇ ਨੂੰ ਪਤਾ ਨਾ ਲੱਗੇ। ਤੁਹਾਡੇ ਕੋਲੋਂ ਤਾਂ ਮੇਰੇ ਵਿਆਹ ਤੱਕ ਵੀ ਨਹੀਂ ਰੁਕਿਆ ਗਿਆ ਤੇ ਪਹਿਲਾਂ ਹੀ ਪ੍ਰੈਗਨੈਂਟ ਹੋ ਗਈ ਤੇ ਅਲਮਾਰੀ ਵਿੱਚੋਂ ਮੈਨੂੰ ਬੱਚਾ ਗਿਰਾਉਣ ਵਾਲੀ ਦਵਾਈ ਵੀ ਮਿਲੀ ਹੈ। ਮੇਰੇ ਫੋਨ ਵਿੱਚ ਉਸ ਦੀ ਫੋਟੋ ਵੀ ਹੈ। ਇਹ ਦੇਖੋ। ਭਾਬੀ ਬੋਲੀ, ਇਹ ਤੂੰ ਕਿੱਦਾਂ ਦੀਆਂ ਬਕਵਾਸ ਗੱਲਾਂ ਕਰ ਰਹੀ ਹੈ? ਇਹ ਦਵਾਈ 3 ਸਾਲ ਪੁਰਾਣੀ ਹੈ, ਡੇਟ ਤਾਂ ਚੈੱਕ ਕਰ ਲੈਂਦੀ। ਮੈਂ ਅਲਮਾਰੀ ਵਿੱਚ ਲੁਕੋ ਕੇ ਰੱਖ ਦਿੱਤੀ ਸੀ ਤਾਂ ਕਿ ਜੇ ਦੁਬਾਰਾ ਲੋੜ ਪਵੇ ਤਾਂ ਮੈਨੂੰ ਬਾਹਰ ਨਾ ਜਾਣਾ ਪਵੇ। ਮੈਂ ਡੇਟ ਜ਼ੂਮ ਕਰਕੇ ਦੇਖੀ ਤਾਂ ਉਹ ਸੱਚੀ ਮੇਰੀ ਹੀ ਪੁਰਾਣੀ ਦਵਾਈ ਸੀ। ਮੈਂ ਕਿਹਾ, ਉਸ ਦਿਨ ਤੁਸੀਂ ਉਲਟੀਆਂ ਕਰ ਰਹੇ ਸੀ ਤੇ ਬਾਹਰ ਦਵਾਈਆਂ ਦੇ ਖਾਲੀ ਰੈਪਰ ਵੀ ਮਿਲੇ ਸੀ। ਤਾਂ ਭਾਬੀ ਬੋਲੀ ਕਿ ਉਹ ਪੇਟ ਦਰਦ ਦੀ ਦਵਾਈ ਸੀ। ਜੇ ਰੈਪਰ ਹੈਗਾ ਹੈ ਤਾਂ ਸਰਚ ਕਰਕੇ ਚੈੱਕ ਕਰ ਲਾ, ਤਾਂ ਸੱਚੀ ਉਹ ਪੇਟ ਦਰਦ ਦੀ ਹੀ ਦਵਾਈ ਸੀ। ਮੈਂ ਥੋੜੀ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ। ਫਿਰ ਮੈਂ ਉਹਨਾਂ ਦੀ ਫੋਟੋ ਬਾਰੇ ਪੁੱਛਿਆ ਤਾਂ ਭਾਬੀ ਬੋਲੀ ਕਿ ਉਹ ਮੇਰੀ ਤੇ ਰਾਜਵੀਰ ਦੀ ਹੀ ਫੋਟੋ ਹੈ। ਜਦੋਂ ਕਾਲਜ ਦੇ ਆਖਰੀ ਦਿਨ ਅਸੀਂ ਅਲੱਗ ਹੋਏ ਸੀ ਤੇ ਤੇਰੇ ਰਿਸ਼ਤੇ ਦੇ ਟਾਈਮ ਮੈਂ ਤੇਰੇ ਭਰਾ ਨੂੰ
ਇਹੀ ਆਪਣੇ ਵਾਲੀ ਤੇ ਰਾਜਵੀਰ ਦੀ ਫੋਟੋ ਦਿਖਾਈ ਸੀ ਤੇ ਮੈਂ ਆਪਣੇ ਵਿਆਹ ਤੋਂ ਪਹਿਲਾਂ ਹੀ ਤੇਰੇ ਭਰਾ ਨੂੰ ਰਾਜਵੀਰ ਬਾਰੇ ਸਾਰਾ ਕੁਝ ਦੱਸ ਦਿੱਤਾ ਸੀ। ਰਾਜਵੀਰ ਬਹੁਤ ਚੰਗਾ ਮੁੰਡਾ ਹੈ। ਮੇਰੇ ਵਿਆਹ ਤੋਂ ਬਾਅਦ ਉਸਨੇ ਇੱਕ ਵਾਰ ਵੀ ਮੈਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ। ਹੁਣ ਉਹ ਮੈਨੂੰ ਸਿਰਫ ਆਪਣੀ ਇੱਕ ਚੰਗੀ ਦੋਸਤ ਸਮਝਦਾ ਹੈ। ਮੇਰਾ ਇੱਕ ਆਖਰੀ ਸਵਾਲ ਬਾਕੀ ਸੀ ਕਿ ਉਸ ਦਿਨ ਤੁਸੀਂ ਮੇਰੇ ਭਰਾ ਨਾਲ ਗੱਲ ਨਹੀਂ ਕਰ ਰਹੇ ਸੀ। ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਤਾਂ ਉਹਨਾਂ ਨੇ 1 ਮਿੰਟ ਵਿੱਚ ਚੁੱਕ ਲਿਆ ਸੀ। ਇਹ ਸੁਣ ਕੇ ਭਾਬੀ ਹੱਸਣ ਲੱਗ ਗਈ ਤੇ ਬੋਲੀ, ਮੈਂ ਤੇਰੇ ਭਰਾ ਨਾਲ ਹੀ ਗੱਲ ਕਰ ਰਹੀ ਸੀ। ਜਦੋਂ ਤੂੰ ਫੋਨ ਕੀਤਾ ਤਾਂ ਮੈਂ ਚੁੱਪ ਕਰ ਗਈ ਸੀ ਤੇ ਜਦੋਂ ਤੂੰ ਉਹਨਾਂ ਨੂੰ ਮੇਰੇ ਲਈ ਗਿਫਟ ਲੈ ਕੇ ਆਉਣ ਨੂੰ ਕਹਿ ਰਹੀ ਸੀ ਤਾਂ ਮੈਂ ਲਾਈਨ ਤੇ ਹੀ ਸੀ ਤੇ ਨਹੀਂ ਯਕੀਨ ਹੈ ਤਾਂ ਆਪਣੇ ਭਰਾ ਨੂੰ ਫੋਨ ਕਰਕੇ ਪੁੱਛ ਲੈ। ਇਹ ਸਭ ਸੁਣ ਕੇ ਮੈਂ ਬਹੁਤ ਸ਼ਰਮਿੰਦਾ ਮਹਿਸੂਸ ਕਰ ਰਹੀ ਸੀ ਤੇ ਭਾਬੀ ਨਾਲ ਨਜ਼ਰਾਂ ਵੀ ਨਹੀਂ ਮਿਲਾ ਰਹੀ ਸੀ ਕਿ ਮੈਂ ਉਹਨਾਂ ਬਾਰੇ ਕਿੰਨਾ ਗਲਤ ਸੋਚਿਆ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਮੈਂ ਉਹਨਾਂ ਤੋਂ ਮਾਫੀ ਮੰਗੀ। ਭਾਬੀ ਨੇ ਮੈਨੂੰ ਗੱਲ ਨਾਲ ਲਾ ਲਿਆ ਤੇ ਬੋਲੀ ਕਿ ਰਾਜਵੀਰ ਨਾਲ ਗੱਲ ਕਰ ਲਾ, ਉਹ ਪਰੇਸ਼ਾਨ ਹੋ ਰਿਹਾ ਹੋਣਾ। ਕਈ ਵਾਰ ਅੱਖੀ ਦੇਖਿਆ ਵੀ ਸੱਚ ਨਹੀਂ ਹੁੰਦਾ। ਬਿਨਾਂ ਕਿਸੇ ਦੀ ਗੱਲਬਾਤ ਸੁਣੇ ਕਦੇ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਤੇ ਸ਼ੱਕ ਨੂੰ ਦੂਰ ਕਰਨ ਲਈ ਬੰਦੇ ਨਾਲ ਸਿੱਧੀ ਗੱਲ ਕਰ ਲੈਣੀ ਚਾਹੀਦੀ ਹੈ। ਧੰਨਵਾਦ ਜੀ।